बड़े लंबे समय तो सरकारी हस्पताल श्री चमकौर साहिब विच डॉक्टरां दी रही कमी। सरकारी हस्पताल श्री चमकौर साहिब विखे डॉक्टरां दी कमी होण काਰਨ मरीਜ਼ਾਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀ ਦਾ ਸਾਹਮਣਾ। ਬੀਤੀ ਰਾਤ ਕਿਸਾਨ ਯੂਨੀਅਨ ਖੋਸਾ ਦੇ ਮੁੱਖ ਬੁਲਾਰੇ ਵੱਲੋਂ ਸਿਵਲ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਲਿਆਂਦਾ ਗਿਆ, ਜਿੱਥੇ ਸਟਾਫ ਨਰਸ ਵੱਲੋਂ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਕਿ ਡਾਕਟਰ ਸ਼ਾਮ ਦੇ 5 ਵਜੇ ਉੱਥੋਂ ਚਲੇ ਜਾਂਦੇ ਹਨ। ਉੱਥੇ ਪਹੁੰਚੇ ਹੋਰ ਮਰੀਜ਼ਾਂ ਵੱਲੋਂ ਇਹ ਸਾਫ਼ ਤੌਰ 'ਤੇ ਕਹਿ ਦਿੱਤਾ ਗਿਆ ਕਿ ਵੱਡੀਆਂ ਇਮਾਰਤਾਂ ਬਣਾਉਣ ਦਾ ਕੀ ਫਾਇਦਾ ਜਦੋਂ ਹਸਪਤਾਲ ਵਿੱਚ ਡਾਕਟਰ ਹੀ ਨਹੀਂ। ਦੁਖੀ ਮਰੀਜ਼ ਪਰੇਸ਼ਾਨ ਹੋ ਕੇ ਪ੍ਰਾਈਵੇਟ ਹਸਪਤਾਲਾਂ ਦਾ ਲੈ ਰਹੇ ਨੇ ਸਹਾਰਾ। ਪ੍ਰਧਾਨ ਜੀ ਕੀ ਨਾਂ ਜੀ ਆਪਣਾ? मेरा नाम जी गुरनाम सिंह जसड़ा, हाँ जी, मुख बुलारा भारतीय किसान यूनियन खोसा जी। ਤੇ ਕੀ ਗੱਲਬਾਤ ਹੋਈ ਆ? ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਵੀ ਤੁਸੀਂ ਬੀਤੀ ਰਾਤ ਕੋਈ ਪੇਸ਼ੈਂਟ ਲੈ ਕੇ ਆਏ ਇੱਥੇ, ਕੀ ਗੱਲਬਾਤ ਹੋਈ ਇੱਥੇ? ਡਾਕਟਰ ਨੇ ਤੁਹਾਨੂੰ ਕਿੱਦਾਂ ਦਾ ਇੱਥੇ ਤਰੀਕੇ ਨਾਲ ਅਟੈਂਡ ਕੀਤਾ ਜਾਂ ਕੀ ਇੱਥੇ ਡਾਕਟਰ ਹੈਗੇ ਸੀ ਜਾਂ ਨਹੀਂ ਹੈਗੇ ਸੀ? मेरा जी एक बहुत गरीब रिश्तेदार है, उस रिश्तेदार नूं रात तकलीफ हो गई सेहत नूं। मैं उन्होंने लैके इत्थे लगभग 8 वजे पहुँचे। ਇੱਥੇ ਕੋਈ ਡਾਕਟਰ ਮੌਜੂਦ ਨਹੀਂ ਸੀ, ਇੱਕ ਨਰਸ ਸੀ ਕੁੜੀ। ਉਹਨੂੰ ਮੈਂ ਕਿਹਾ ਭਾਈ ਵੀ ਇਹਨੂੰ ਦਵਾਈ ਦੇ, ਕੋਈ ਔਖੀ ਬਹੁਤ ਹੈ ਇਹ। ਉਹ ਕਹਿੰਦੀ ਜੀ ਉੱਥੇ ਡਾਕਟਰ ਨਹੀਂ, ਮੈਂ ਕੋਈ ਇਲਾਜ ਨਹੀਂ ਕਰ ਸਕਦੀ। ਉਸ ਤੋਂ ਬਾਅਦ ਮੈਂ ਐਮਐਲਏ ਸਾਹਿਬ ਨੂੰ ਫੋਨ ਕੀਤਾ, ਮੈਂ ਕਿਸੇ ਤੋਂ ਨੰਬਰ ਲਿਆ, ਕੁੜੀ ਨੇ ਸੁਣ ਲਿਆ। ਕੁੜੀ ਨੇ ਤੁਰਤ ਡਾਕਟਰ ਨੂੰ ਫੋਨ ਕਰਕੇ ਦਵਾਈਆਂ ਲਿਖ ਕੇ ਮਰੀਜ਼ ਦੇ ਹੱਥੇ ਫੜਾਤੀਆਂ ਵੀ ਇਹ ਦਵਾਈਆਂ ਲੈ ਕੇ ਆਓ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਐਮਐਲਏ ਸਾਹਿਬ ਨੂੰ ਫੋਨ ਕੀਤਾ, ਐਮਐਲਏ ਸਾਹਿਬ ਨੇ ਮੇਰਾ ਫੋਨ ਅਟੈਂਡ ਨਹੀਂ ਕੀਤਾ। ਉਸ ਤੋਂ ਬਾਅਦ ਮੈਂ ਦਵਾਈਆਂ ਲੈ ਕੇ ਆਪਣੇ ਮਰੀਜ਼ ਨੂੰ ਦਿੱਤੀਆਂ ਤੇ ਉਹ ਕੁੜੀ ਨੇ ਉਹਦਾ ਇਲਾਜ ਕੀਤਾ ਜਿਹੋ ਜਿਹਾ ਕਰਨਾ ਸੀ। ਉਸ ਤੋਂ ਬਾਅਦ 4-5 ਮਰੀਜ਼ ਹੋਰ ਆ ਗਏ, ਜਿਨ੍ਹਾਂ ਵਿੱਚ ਇੱਕ ਬੱਚਾ ਸੀ, ਇੱਕ ਬੁੱਢਾ ਸੀ, ਜੋ ਬਹੁਤ ਤੜਫ ਰਹੇ ਸੀ। ਉਸ ਤੋਂ ਬਾਅਦ ਐਮਐਲਏ ਸਾਹਿਬ ਨੇ ਫੋਨ ਚੁੱਕਿਆ, ਕਹਿੰਦਾ ਗੁਰਨਾਮ ਸਿੰਘ ਮੈਂ ਬਾਅਦ 'ਚ ਗੱਲ ਕਰਨਾ ਤੇਰੇ ਨਾਲ। ਠੀਕ ਹੈ ਜੀ। ਫਿਰ ਮੈਂ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਫੋਨ ਮਿਲਾਇਆ, ਡੀਸੀ ਸਾਹਿਬ ਨਾਲ ਮੇਰੀ ਗੱਲਬਾਤ ਹੋਈ। ਡੀਸੀ ਸਾਹਿਬ ਨੂੰ ਮੈਂ ਕਿਹਾ ਵੀ ਤੁਸੀਂ ਸਾਡੇ ਜ਼ਿਲ੍ਹੇ ਦੇ ਮਾਲਕ ਹੋ, ਅਸੀਂ ਦੁੱਖ ਤਕਲੀਫ ਤੁਹਾਨੂੰ ਦੱਸਣੀ ਹੈ, ਪਰ ਇੱਥੇ ਰਾਤ ਨੂੰ ਮਰੀਜ਼ ਪਏ ਨੇ ਤੜਫ ਰਹੇ, ਇੱਥੇ ਡਾਕਟਰ ਹੈ ਹੀ ਨਹੀਂ ਚਮਕੌਰ ਸਾਹਿਬ ਸਿਵਲ ਹਸਪਤਾਲ 'ਚ, ਵੀ ਇੱਥੇ ਇਲਾਜ ਫਿਰ ਕੀ ਹੋਊਗਾ? ਸਰਕਾਰੀ ਹਸਪਤਾਲ ਇਲਾਜ ਨਹੀਂ ਹੋਊਗਾ ਤਾਂ ਲੋਕ ਪ੍ਰਾਈਵੇਟ ਹਸਪਤਾਲ ਜਾਣਗੇ। ਉਹ ਕਹਿੰਦੇ ਜੀ ਵੀ ਅਸੀਂ ਮੇਰੀ ਗੱਲ ਹੋਈ ਹੈ ਡਾਇਰੈਕਟਰ ਸਾਹਿਬ ਨਾਲ ਵੀ, ਸਿਹਤ ਵਾਲੇ ਨਾਲ, ਤੇ ਸਿਹਤ ਸੇਵਾਵਾਂ ਦੇ ਮੰਤਰੀ ਨਾਲ ਹੋਈ ਹੈ ਵੀ ਕੁਛ ਦਿਨ 'ਚ ਡਾਕਟਰ ਰਾਤ ਨੂੰ ਇੱਥੇ ਅਟੈਂਡੈਂਸ ਦਊਗਾ। ਉਹ ਕਹਿਣ ਲੱਗੇ। ਫਿਰ ਮੈਂ CMO ਸਾਹਿਬ ਨੂੰ ਫੋਨ ਕੀਤਾ ਜੀ, CMO ਸਾਹਿਬ ਨੇ ਮੈਨੂੰ ਕਿਹਾ ਵੀ ਇੱਥੇ ਡਾਕਟਰ 5 ਵਜੇ ਤੱਕ ਰਹਿੰਦਾ। ਮੈਂ ਕਿਹਾ CMO ਸਾਹਿਬ 5 ਵਜੇ ਦਾ ਡਾਕਟਰ ਰਹਿੰਦਾ, ਮਰੀਜ਼ ਰਾਤ ਨੂੰ ਬਿਮਾਰ ਹੁੰਦਾ, ਉਹ 5 ਵਜੇ ਵਾਲੇ ਡਾਕਟਰ ਨੂੰ ਕਦੋਂ ਇਲਾਜ ਕਰਵਾਊਗਾ? ਇੱਕ ਗਰੀਬ ਬੰਦਾ। ਉਹ ਕਹਿੰਦਾ ਜੀ ਇੱਕ ਰੋਪੜ ਡਾਕਟਰ ਹੈਗੇ ਨੇ, ਮਰੰਡੇ ਹੈਗੇ ਨੇ। ਮੈਂ ਕਿਹਾ ਜੀ 2000 ਰੁਪਇਆ ਕਾਰ ਵਾਲਾ ਮੰਗਦਾ, ਇੱਕ ਗਰੀਬ ਦੇ ਘਰ ਰੋਟੀ ਮਸੀਂ ਪੱਕਦੀ ਆ, 2000-1500 ਰੁਪਇਆ ਕਿੱਥੋਂ ਦਊਗਾ ਕਿਰਾਇਆ? ਫਿਰ ਉਹਨਾਂ ਨੇ ਮੈਂ ਕਿਹਾ ਜੀ ਮੈਂ ਕਿਸਾਨ ਯੂਨੀਅਨ ਦਾ ਮੁੱਖ ਬੁਲਾਰਾ ਪੰਜਾਬ ਦਾ, ਫਿਰ ਅਸੀਂ ਇੱਥੇ ਧਰਨੇ ਦੇਵਾਂਗੇ। ਫਿਰ ਤੁਸੀਂ ਕਹੋਗੇ ਜੀ ਤੁਹਾਡੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਆ ਫਿਰ ਵੀ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ। ਹੁਣ ਵੀ ਲੋਕ ਪਰੇਸ਼ਾਨ ਹੋ ਰਹੇ ਨੇ, ਰਾਤ ਨੂੰ ਲੋਕ ਆਸ ਕਰਕੇ ਆਉਂਦੇ ਨੇ, ਪਰੰਤੂ ਉਹ ਇੱਥੋਂ ਨਿਰਾਸ਼ ਜਾਂਦੇ ਨੇ। ਉਹ ਪ੍ਰਾਈਵੇਟ ਕਿਵੇਂ ਕੀ ਕੁਝ ਵੇਚਦੇ ਨੇ, ਘਰ ਦਾ ਆਪਣਾ ਇਲਾਜ ਕਰਾਉਂਦੇ ਨੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਮੈਨੂੰ ਘੱਟੋ ਘੱਟ 2 ਦਿਨ ਤਾਂ ਦਿਓ। ਉਸ ਤੋਂ ਬਾਅਦ ਮੈਨੂੰ ਫੋਨ ਆ ਗਿਆ ਜੀ ਐਮਐਲਏ ਸਾਹਿਬ ਦਾ। ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰੀ ਵੀ ਐਮਐਲਏ ਸਾਹਿਬ ਤੁਸੀਂ ਆਪ ਡਾਕਟਰ ਹੋ, ਤੁਹਾਨੂੰ ਪਤਾ ਹੈ ਵੀ ਜਿਹੜੀ ਸਿਹਤ ਸਹੂਲਤ ਹੈ ਮੁੱਢਲੀ ਆ, ਸਿੱਖਿਆ ਸਿਹਤ, ਇੱਥੇ ਸਿਹਤ ਸਹੂਲਤ ਦਾ ਮਜ਼ਾਕ ਉਡਾਇਆ ਜਾ ਰਿਹਾ। ਸਿਵਲ ਹਸਪਤਾਲ ਚਮਕੌਰ ਸਾਹਿਬ ਵਿੱਚ ਏਡੀ ਵੱਡੀ ਬਿਲਡਿੰਗ ਖੜੀ ਕਰ ਰਹੇ ਹੋ, ਕਿਉਂ ਲੋਕਾਂ ਦਾ ਪੈਸਾ ਬਰਬਾਦ ਕਰਦੇ ਹੋ ਜਦ ਇੱਥੇ ਇਲਾਜ ਕਰਨ ਵਾਸਤੇ ਡਾਕਟਰ ਨਹੀਂ ਹੋਊਗਾ? ਤੁਸੀਂ ਆਪ ਡਾਕਟਰ ਹੋ, ਤੁਹਾਨੂੰ ਪਤਾ ਵੀ ਕਿੰਨਾ ਜ਼ਰੂਰੀ ਹੈ ਇੱਕ ਡਾਕਟਰ ਦਾ ਰਹਿਣਾ ਹਸਪਤਾਲ 'ਚ। ਪਰੰਤੂ ਉਹਨਾਂ ਦੀ ਮੇਰੇ ਨਾਲ ਜੋ ਗੱਲਬਾਤ ਸੀ, ਮੇਰੇ ਨਾਲ ਜੋ ਵਾਰਡਿੰਗ ਸੀ, ਲਹਿਜਾ ਸੀ ਬੋਲਣ ਦਾ, ਉਹ ਬਿਲਕੁਲ ਉਹਨਾਂ ਜ਼ਿੰਮੇਵਾਰਾਂ ਨਾਲ ਨਹੀਂ ਸੀ। ਉਹ ਸਾਡੇ ਨਾਲ ਧਰਨੇ 'ਚ ਬਹਿੰਦੇ ਰਹੇ ਨੇ, ਪਰੰਤੂ ਉਹਨਾਂ ਦਾ ਜ਼ਿੰਮੇਵਾਰਾਂ ਨਾਲ ਲਹਿਜਾ ਨਹੀਂ ਸੀ। ਮੈਂ ਉਹਨੂੰ ਕਿਹਾ ਵੀ ਆਮ ਆਦਮੀ ਕਲੀਨਿਕ ਜਿਹੜੇ ਖੋਲ੍ਹਦੇ ਆ ਬਿਲਕੁਲ ਨਾ ਖੋਲ੍ਹੋ, ਉਹਨਾਂ ਦੀ ਕੋਈ ਜ਼ਰੂਰਤ ਨਹੀਂ। ਜੇ ਤੁਸੀਂ 2-2000 1500 ਰੁਪਇਆ ਸਾਡਾ ਕਿਰਾਏ 'ਤੇ ਲਵਾਉਣਾ ਹੈ, ਕਾਰਾਂ ਦੇ ਕਿਰਾਏ 'ਤੇ ਬਾਹਰ ਦੇ ਹਸਪਤਾਲਾਂ ਵਿੱਚ ਮਰੀਜ਼ ਨੂੰ ਭੇਜਣ ਵਾਸਤੇ, ਇੰਨੀਆਂ ਗੱਲਾਂ ਮੇਰੀਆਂ ਹੋਈਆਂ, ਪਰੰਤੂ ਉਹਨਾਂ ਨੇ ਮੈਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਉਹ ਇਹੀ ਕਹਿੰਦੇ ਰਹੇ ਕਿ ਪ੍ਰੋਸੈਸ ਚੱਲ ਰਿਹਾ ਹੈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ, ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ, ਕਿ ਦੇਖੋ ਇਹ ਆਮ ਆਦਮੀ ਕਲੀਨਿਕ ਜਿਹੜੇ ਤੁਸੀਂ ਖੋਲ੍ਹਦੇ ਹੋ ਇਹ ਬਿਲਕੁਲ ਗਲਤ ਹੈ। ਇਹਨਾਂ ਨੂੰ ਮਤ ਖੋਲ੍ਹੋ ਜਿੰਨਾ ਚਿਰ ਸਿਵਲ ਹਸਪਤਾਲਾਂ ਵਿੱਚ ਡਾਕਟਰ ਉਪਲਬਧ ਨਹੀਂ ਹੈ। ਪਹਿਲਾਂ ਸਿਵਲ ਹਸਪਤਾਲਾਂ ਵਿੱਚ ਡਾਕਟਰ ਮੌਜੂਦ ਹੋਣੇ ਚਾਹੀਦੇ, ਉਹਨਾਂ ਦਾ ਪ੍ਰਬੰਧ ਕਰੋ। ਉਸ ਤੋਂ ਬਾਅਦ ਕਲੀਨਿਕਾਂ ਖੋਲ੍ਹੋ। ਜੇ ਤੁਸੀਂ ਫ੍ਰੀ ਇਲਾਜ ਕਲੀਨਿਕਾਂ 'ਚ ਕਰਨੇ ਹੈ, 2-2000 ਰੁਪਇਆ ਕਿਰਾਇਆਂ ਦਾ ਦਵਾਉਣਾ ਮਰੀਜ਼ਾਂ ਤੋਂ, ਤਾਂ ਉਹ ਬਿਲਕੁਲ ਗਲਤ ਤੁਹਾਡਾ ਪ੍ਰੋਸੈਸ ਹੈ। ਇਹਨੂੰ ਬੰਦ ਹੋਣਾ ਚਾਹੀਦਾ। ਆਮ ਆਦਮੀ ਕਲੀਨਿਕਾਂ ਨਹੀਂ ਖੁੱਲ੍ਹਣੀਆਂ ਚਾਹੀਦੀਆਂ। ਜੋ ਸਰਕਾਰੀ ਹਸਪਤਾਲ ਹੈ, ਸਿਵਲ ਹਸਪਤਾਲ ਹੈ ਸਰਕਾਰੀ, ਉਹਨਾਂ 'ਚ ਡਾਕਟਰ ਮੌਜੂਦ ਹੋਣੇ ਚਾਹੀਦੇ ਰਾਤ ਨੂੰ ਵੀ। ਤੇ ਪ੍ਰਧਾਨ ਜੀ ਜਿਹੜੇ ਤੁਸੀਂ ਮਰੀਜ਼ ਲੈ ਕੇ ਆਏ ਉਹ ਫਿਰ ਹੁਣ ਫਿਲਹਾਲ ਠੀਕ ਹੈ ਜੀ? ਹੁਣ ਉਹ ਹਾਂ, ਇੱਥੋਂ ਜਾਣ ਤੋਂ ਇਹਨਾਂ ਨੇ ਮੈਨੂੰ ਕਿਹਾ, ਕੁੜੀ ਨੂੰ ਕਿਹਾ ਮੈਂ ਕਿ ਮੇਰੇ ਮਰੀਜ਼ ਨੂੰ ਦਾਖਲ ਕਰ। ਉਹ ਕਹਿੰਦੀ ਵੀ ਡਾਕਟਰ ਦੀ ਮੌਜੂਦਗੀ ਤੋਂ ਬਿਨਾਂ ਮੈਂ ਦਾਖਲ ਨਹੀਂ ਕਰ ਸਕਦੀ।
ਉਸ ਤੋਂ ਬਾਅਦ ਜੋ ਇਹਨਾਂ ਟ੍ਰੀਟਮੈਂਟ ਨੇ ਕੀਤਾ ਉਹਦੇ ਨਾਲ ਉਹ ਮਰੀਜ਼ ਘਰ ਜਾ ਕੇ ਠੀਕ ਹੋ ਗਿਆ। ਘਰ ਜਿਹੜਾ ਠੀਕ ਹੋ ਗਿਆ। ਮੌਕੇ ਤੇ ਤੁਹਾਡੇ ਫੋਨ ਤੋਂ ਬਾਅਦ ਕੋਈ ਹਲਚਲ ਹੋਈ ਜਦੋਂ ਉਸ ਤੋਂ ਬਾਅਦ ਹੀ ਮਰੀਜ਼ ਨੂੰ ਦੇਖਿਆ ਗਿਆ? ਮੇਰੇ ਫੋਨ ਹੋਣ ਤੋਂ ਬਾਅਦ ਮੇਰਾ ਮਰੀਜ਼ ਵੀ ਅਟੈਂਡ ਕੀਤਾ ਗਿਆ। ਮੇਰੇ ਤੋਂ ਬਾਅਦ ਜਿਹੜੇ 4-5 ਮਰੀਜ਼ ਆਏ ਉਹਨਾਂ ਨੂੰ ਵੀ ਫਸਟ ਏਡ ਦਿੱਤੀ ਗਈ। ਉਸ ਨੇ ਇੱਕ ਹੋਰ ਕੁੜੀ ਹੋਰ ਬੁਲਾ ਲਈ ਫਿਰ, ਜਦੋਂ ਕਿ ਪਹਿਲਾਂ ਉਹ ਇਕੱਲੀ ਸੀ। ਇਹਦਾ ਮਤਲਬ ਇਹ ਹੈ ਕਿ ਇਹ ਲੋਕਾਂ ਨਾਲ ਮਜ਼ਾਕ ਕਰ ਰਿਹਾ ਹੈ ਮਹਿਕਮਾ। ਲੋਕਾਂ ਦੀਆਂ ਜੋ ਸਿਹਤਾਂ ਨਾਲ ਖਿਲਵਾੜ ਕਰ ਰਿਹਾ ਹੈ। ਇਹਨਾਂ ਵਿੱਚ ਦਇਆ ਭਾਵਨਾ ਕੋਈ ਨਹੀਂ ਹੈ। ਇਹ ਲੋਕਾਂ ਨੂੰ ਮਤਲਬ ਇਨਸਾਨ ਸਮਝ ਹੀ ਨਹੀਂ ਰਹੇ, ਆਮ ਜਨਤਾ ਨੂੰ। ਤੇ ਕਿੰਨੇ ਕੁ ਡਾਕਟਰ ਆ ਜੀ ਇੱਥੇ ਹਸਪੀਟਲ ਦੇ ਵਿੱਚ ਦੱਸਿਆ ਹੈ? ਹਸਪਤਾਲ ਵਿੱਚ ਇਹਨਾਂ ਦੇ ਦੱਸਣ ਮੁਤਾਬਕ ਸਿਰਫ ਇੱਕ ਡਾਕਟਰ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਦੇ 3-4 ਵਜੇ ਤੱਕ ਬੈਠਦਾ। ਪ੍ਰਧਾਨ ਜੀ, ਆਪਣੇ ਸਬ ਡਿਵੀਜ਼ਨ ਸ਼੍ਰੀ ਚਮਕੌਰ ਸਾਹਿਬ ਨੂੰ ਕਿੰਨੇ ਕੁ ਪਿੰਡ ਪੈਂਦੇ ਨੇ ਜੀ? ਸਬ ਡਿਵੀਜ਼ਨ ਚਮਕੌਰ ਸਾਹਿਬ ਨੂੰ 100 ਤੇ ਉੱਤੇ ਪਿੰਡ ਪੈਂਦਾ ਹੈ ਜਿਹੜਾ ਇਸ ਹਸਪਤਾਲ ਵਿੱਚ ਇਲਾਜ ਕਰਾਉਣ ਵਾਸਤੇ ਆਉਂਦਾ ਹੈ। ਤੇ ਇਲਾਜ ਤਾਂ ਇੱਥੇ ਹੋ ਨਹੀਂ ਰਿਹਾ, ਫਿਰ ਕੀ ਅੱਗੇ ਮਰੀਜ਼ ਕੀ ਕਰਨਗੇ? ਹੁਣ ਤੜਫ ਕੇ ਮਰਨਗੇ ਜਾਂ ਫਿਰ ਕਿਤੇ ਪ੍ਰਾਈਵੇਟ ਇਲਾਜ ਕਰਾਉਣਗੇ? ਫਿਰ ਜਿਹੜੀ ਸਾਡੀਆਂ ਪਹਿਲੀਆਂ 2 ਸਰਕਾਰਾਂ ਰਹੀਆਂ ਨੇ, ਹੁਣ ਇਹ ਸਰਕਾਰ ਸਾਲ ਤੋਂ ਬਾਅਦ ਉਹਦੇ ਪਦ ਜਿਨ੍ਹਾਂ ਤੇ ਮੈਨੂੰ ਚੱਲਦੀ ਲੱਗ ਰਹੀ ਹੈ, ਕਿਉਂਕਿ ਹੁਣ ਤੱਕ ਇਹ ਠੀਕ ਕੰਮ ਕਰ ਰਹੀ ਸੀ। ਜੋ ਇਹ ਹੁਣ ਸਰਕਾਰੀ ਹਸਪਤਾਲਾਂ ਵਿੱਚੋਂ ਡਾਕਟਰ ਕੱਢ ਕੇ ਆਮ ਆਦਮੀ ਕਲੀਨਿਕਾਂ 'ਚ ਭੇਜ ਕੇ ਆਪਣਾ ਨਾਮ ਚਮਕਾ ਰਹੇ ਨੇ, ਜਿਵੇਂ ਉਹ ਚਮਕਾਉਂਦੀਆਂ ਸੀ ਉਹੀ ਪਹਿਲੀਆਂ ਰਾਜਸੀ ਪਾਰਟੀਆਂ, ਉਸੇ ਤਰ੍ਹਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਤਰਜੀਹ ਦੇ ਰਹੇ ਆ ਉਸੇ ਕੰਮ ਨੂੰ। ਪ੍ਰਧਾਨ ਜੀ, ਪੰਜਾਬ ਸਰਕਾਰ ਦੇ ਜੋ ਅਹੁਦੇਦਾਰ ਨੇ ਜੀ, ਸੀਐਮ ਨੇ ਜੀ, ਉਹਨਾਂ ਵੱਲੋਂ ਬੜੇ ਦਾਅਵੇ ਕੀਤੇ ਜਾ ਰਹੇ ਨੇ ਕਿ ਹਰ ਸਿਹਤ ਸਹੂਲਤ ਨੂੰ ਅਸੀਂ ਖਾਸ ਤੌਰ ਤੇ ਧਿਆਨ ਰੱਖਾਂਗੇ, ਪਰੰਤੂ ਜੋ ਤੁਹਾਡੇ ਦੱਸਣ ਦੇ ਮੁਤਾਬਕ ਸਾਹਮਣੇ ਆਇਆ ਹੈ ਕਿ ਡਾਕਟਰ ਦੀ ਕਮੀ ਇੱਥੇ ਮਹਿਸੂਸ ਹੋ ਰਹੀ ਹੈ। ਲੋਕਾਂ ਨੂੰ ਇਲਾਜ ਕਰਵਾਉਣ ਲਈ ਰੋਪੜ ਜਾਣਾ ਪੈਂਦਾ, ਚੰਡੀਗੜ੍ਹ ਜਾਣਾ ਪੈਂਦਾ, ਤਾਂ ਫਿਰ ਇਹਨਾਂ ਹਸਪਤਾਲਾਂ ਦਾ ਕੀ ਇੱਥੇ ਅਸਤਿਤਵ ਰਹਿ ਚੁੱਕਿਆ? ਜਿਹੜੇ ਇਹ ਏਡੀਆਂ ਬਿਲਡਿੰਗਾਂ ਸ਼ੁਰੂ ਕਰਦੇ ਨੇ, ਆਮ ਜਨਤਾ ਦੇ ਪੈਸੇ ਨੂੰ ਗਰਕ ਕਰ ਰਹੇ ਆ, ਬਰਬਾਦ ਕਰ ਰਹੇ ਆ। ਸੀਐਮ ਸਾਹਿਬ ਦਾ ਜੋ ਇਹ ਕਹਿਣਾ ਹੈ ਕਿ ਸਿਹਤ ਸਹੂਲਤਾਂ ਵਿੱਚ ਮੈਂ ਪਹਿਲ ਦੇ ਆਧਾਰ ਤੇ ਕੰਮ ਕਰ ਰਿਹਾ, ਜੋ ਸਾਡੇ ਚਮਕੌਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਹਾਲਾਤ ਹੈ, ਇਹ ਉਹਨਾਂ ਦੀਆਂ ਗੱਲਾਂ ਦਾ ਮਜ਼ਾਕ ਹੈ ਇੱਕ ਕਿਸਮ ਦਾ। ਉਹ ਮਜ਼ਾਕ ਹੀ ਉਡਾ ਰਹੇ ਆਮ ਜਨਤਾ ਦਾ, ਕਿਉਂਕਿ ਇੱਥੇ ਸਿਹਤ ਸਹੂਲਤ ਨਾਂ ਦੀ ਕੋਈ ਚੀਜ਼ ਨਹੀਂ ਹੈ। ਇੱਥੇ ਜਿੰਨੇ ਵੀ ਮਰੀਜ਼ ਆਉਂਦੇ ਨੇ ਸਾਰੇ ਨਿਰਾਸ਼ ਹੋ ਕੇ ਜਾਂਦੇ ਨੇ। ਕੋਈ ਤੜਫਦਾ ਇੱਥੇ ਹੀ 2 ਘੰਟੇ ਪਿਆ ਰਹਿੰਦਾ। ਇੱਕ ਛੋਟਾ ਜਿਹਾ ਬੱਚਾ ਸੀ ਰਾਤੀ, ਉਹਨੂੰ ਉਸ ਤਰ੍ਹਾਂ ਹੀ ਬੀਬੀ ਮੋੜ ਕੇ ਲੈ ਗਈ, ਉਹ ਚੈੱਕਅਪ ਵੀ ਨਹੀਂ ਕਰਵਾਇਆ ਉਹਨਾਂ ਨੇ ਜਦ ਦੇਖੇ ਇੱਥੇ ਡਾਕਟਰ ਨਹੀਂ ਆ। ਇਹ ਹਾਲਾਤ ਅੱਜ ਇਹਨਾਂ ਨੇ ਪੰਜਾਬ ਵਿੱਚ ਪੈਦਾ ਕਰਤੇ ਆਮ ਆਦਮੀ ਨੇ। ਇਹ ਕਹਿੰਦੇ ਨੇ ਇਹ ਆਮ ਆਦਮੀ ਦੀ ਸਰਕਾਰ ਹੈ, ਪਰ ਮੈਂ ਤਾਂ ਇਹ ਕਹਿ ਰਿਹਾ ਕਿ ਇਹ ਆਮ ਆਦਮੀ ਸਰਕਾਰ ਨਹੀਂ, ਇਹ ਆਮ ਆਦਮੀ ਨੂੰ ਬਰਬਾਦ ਕਰਨ ਵਾਲੀ ਸਰਕਾਰ ਹੈ। ਤੇ ਪ੍ਰਧਾਨ ਜੀ, ਇਹ ਜਿਹੜਾ ਕਸਬਾ ਰਿਹਾ ਹੈ, ਸਬ ਡਿਵੀਜ਼ਨ ਸ਼੍ਰੀ ਚਮਕੌਰ ਸਾਹਿਬ ਰਹੀ ਹੈ, ਇਹ ਸਾਬਕਾ ਮੁੱਖ ਮੰਤਰੀ ਇੱਥੇ ਹੋ ਚਰਨਜੀਤ ਸਿੰਘ ਚੰਨੀ ਨੇ, ਉਹ ਮੁੱਖ ਮੰਤਰੀ ਵੀ ਸੀ ਇੱਥੇ ਦੇ, ਮੌਜੂਦਾ ਮੁੱਖ ਮੰਤਰੀ। ਉਸ ਟਾਈਮ ਵੀ ਇੱਦਾਂ ਦੀ ਵਿਕਾਸ ਕਾਰਜ ਹੋਏ ਸੀ ਤੇ ਇਹ ਸਰਕਾਰ ਵੀ ਇੱਦਾਂ ਦੀ ਕੰਮ ਕਰ ਰਹੀ ਹੈ। ਕਿਵੇਂ ਦੇਖਦੇ ਹੋ ਤੁਸੀਂ ਸਰਕਾਰਾਂ ਦੇ ਜਿਹੜੇ ਟਾਲ ਮਟੋਲ ਜੇ, ਕਿਵੇਂ ਦਾ ਨਜ਼ਰੀਆ ਇਸ ਚੀਜ਼ ਨੂੰ ਲੈ ਕੇ? ਸਿਹਤ ਸਹੂਲਤਾਂ ਤਾਂ ਇੱਕ ਤਰਫ ਰਹੀ, ਸਿੱਖਿਆ ਪ੍ਰਬੰਧ ਕੋਈ ਨਹੀਂ, ਹੋਰ ਵਗੈਰਾ ਕਈ ਚੀਜ਼ਾਂ ਦੇ ਵੀ ਇਹਨਾਂ ਕੋਲ ਸਵਾਲ ਹੀ ਨਹੀਂ ਹੈ। ਦੇਖੋ, ਜਿਹੜੀ ਪਹਿਲੀ ਸਰਕਾਰ ਸੀ, ਸਾਡੇ ਮੁੱਖ ਮੰਤਰੀ ਬਣੇ ਨਾ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ, ਪਰੰਤੂ ਉਹਨਾਂ ਦੋਹਾਂ ਪਾਰਟੀਆਂ ਦੀ ਤਰਜੀਹ ਇਹ ਹੁੰਦੀ ਸੀ ਕਿ ਉਹ ਆਖਰੀ ਸਾਲ ਵਿੱਚ ਨੀਂਹ ਪੱਥਰ ਰੱਖ ਦਿੰਦੇ ਸੀ। ਜੋ ਨਵੀਂ ਸਰਕਾਰ ਆਉਂਦੀ ਸੀ ਉਹਦੇ ਤੇ ਬੋਝ ਬਣਦੇ ਜਾਂਦੇ ਸੀ ਉਹ ਨੀਂਹ ਪੱਥਰ। ਮੈਂ ਕਹਿਣਾ ਵੀ ਜਿਹੜੀ ਇਹ ਸਰਕਾਰ ਹੈ, ਇਸ ਗੱਲੋਂ ਤਾਂ ਮੈਂ ਦਾਤ ਦਿੰਦਾ ਕਿ ਉਹਨਾਂ ਦੇ ਨੀਂਹ ਪੱਥਰ ਰੱਖੇ ਹੋਏ ਇਹ ਉਹਨਾਂ ਨੂੰ ਪੂਰੇ ਕਰ ਰਹੇ ਆ, ਪਰ ਜੇ ਪੂਰੇ ਕਰਕੇ ਉਹ 'ਚ ਸਹੂਲਤਾਂ ਹੀ ਦੇਣੀਆਂ ਤਾਂ ਪੂਰਾ ਕਰਨ ਦਾ ਕੋਈ ਫਾਇਦਾ ਨਹੀਂ। ਆਮ ਜਨਤਾ ਦੇ ਪੈਸੇ ਨੂੰ ਬਰਬਾਦ ਕਰਨ ਵਾਲੀ ਗੱਲ ਹੈ। ਇਹ ਦੇਖੋ, ਇੱਧਰ ਐਡੀ ਵੱਡੀ ਬਿਲਡਿੰਗ ਸ਼ੁਰੂ ਕੀਤੀ ਹੈ ਇਹਨਾਂ ਨੇ। ਇਸ ਬਿਲਡਿੰਗ ਵਿੱਚ ਕਬੂਤਰ ਬੋਲਣੇ ਨੇ ਕਿਸੇ ਦਿਨ। ਜਦੋਂ ਇੱਥੇ ਕੋਈ ਇਲਾਜ ਕਰਨ ਵਾਲਾ ਡਾਕਟਰ ਨਹੀਂ ਹੋਏਗਾ, ਇੱਥੇ ਮਰੀਜ਼ ਵਾਪਸ ਜਾਣਗੇ ਆ ਕੇ, ਫਿਰ ਇਹਦਾ ਫਾਇਦਾ ਕੀ ਹੈ ਇੰਨਾ ਪੈਸਾ ਬਰਬਾਦ ਕਰਨ ਦਾ ਆਮ ਜਨਤਾ ਦਾ? ਇਹ ਛੋਟਾ ਹਸਪਤਾਲ ਹੀ ਸਾਨੂੰ ਚੰਗਾ। ਇੱਥੇ ਜਿੰਨੇ ਬੈੱਡ ਬਣਾਏ, ਇਹ ਕਹਿੰਦੇ ਨੇ 400 ਬਿਸਤਰੇ ਹਸਪਤਾਲ ਬਣਾਤਾ। ਇੱਥੇ 40 ਬਿਸਤਰੇ ਹਸਪਤਾਲ ਹੈ, 40 ਬਿਸਤਰੇ ਵਿਹਲੇ ਪਏ ਨੇ। ਜਦੋਂ ਉੱਥੇ ਮਰੀਜ਼ ਹੀ ਨਹੀਂ ਕੋਈ ਦਾਖਲ ਕਰਨਾ ਇਹਨਾਂ ਨੇ, ਉੱਥੇ ਮਰੀਜ਼ ਦਾ ਇਲਾਜ ਹੀ ਨਹੀਂ ਕਰਨਾ, ਫਿਰ ਉਹ ਇੰਨੇ 400 ਬਿਸਤਰਿਆਂ ਦੇ ਹਸਪਤਾਲ ਤੋਂ ਅਸੀਂ ਲੈਣਾ ਕੀ ਹੈ? ਇਹ ਤਾਂ ਸਾਡਾ ਇੱਕ ਪੈਸਾ ਬਰਬਾਦ ਕਰਨ ਵਾਲੀ ਗੱਲ ਹੈ। ਧੰਨਵਾਦ।